मेरा सवाल ਤੁਹਾਨੂੰ ਇਹੀ ਹੈ ਕਿ ਤੁਸੀਂ ਕੀ ਸੋਚ ਕੇ ਤੁਸੀਂ ਰਾਜਨੀਤੀ ਨੂੰ ਜੁਆਇਨ ਕਰ ਰਹੇ ਹੋ? ਪਹਿਲਾਂ ਫੁੱਲਫਿਲ ਕੋਈ ਪਲਾਨ ਨਹੀਂ ਸੀ, ਮਤਲਬ ਕਿ ਕੋਈ ਪਲਾਨ ਕੀਤਾ ਸੀ ਵੀ ਆਪਾਂ ਨੇ ਪੋਲੀਟਿਕਸ ਦੇ ਵਿੱਚ ਆਉਣਾ, ਕੁਝ ਵੀ ਨਹੀਂ ਸੀ। ਹਾਂਜੀ ਸਰ, ਮੈਂ ਅਗਰਵਾਲ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ, ਜੋ ਕਿ ਬਹੁਤ ਹੀ ਸਿੰਪਲ ਔਰ ਸਧਾਰਨ ਪਰਿਵਾਰ ਹੈ। ਅਗਰ ਅਸੀਂ ਪਾਵਰ ਔਰ ਪੈਸਾ ਨਹੀਂ ਕਮਾਇਆ ਪਰ ਇੱਜ਼ਤ ਬਹੁਤ ਕਮਾਈ ਹੈ, ਵੀ ਮੈਂ ਇਸ ਤਰ੍ਹਾਂ ਦੀ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ। ਔਰ ਮੇਰੀ ਕੁਆਲੀਫਿਕੇਸ਼ਨ ਹੈਗੀ ਹੈ ਸਰ MA BEd, ਔਰ ਮੈंने MA ਵੀ ਪੋਲੀਟਿਕਸ ਦੇ ਵਿੱਚ ਹੀ ਕੀਤੀ ਹੋਈ ਹੈ। ਪੋਲੀਟਿਕਸ ਬਾਰੇ ਇੱਕ ਗੱਲ ਕਹੀ ਜਾਂਦੀ ਹੈ ਕਿ ਇਹ ਪੋਲੀਟਿਕਸ ਬਹੁਤ ਗੰਦੀ ਹੁੰਦੀ ਹੈ, ਤਾਂ ਤੁਹਾਨੂੰ ਨਹੀਂ ਲੱਗਿਆ ਕਿਤੇ ਨਾ ਕਿਤੇ ਵੀ ਥੋੜਾ ਜਿਹਾ ਅਸੀਂ ਕਿਤੇ ਨਾ ਕਿਤੇ ਵੀ ਖਤਰਾ ਹੈ? ਬਟ ਮੈਨੂੰ ਇਹ ਲੱਗਦਾ ਵੀ ਇਹਨੂੰ ਗੰਦਾ ਕਿਹਨੇ ਬਣਾਇਆ? ਆਮ ਜਨਤਾ ਨੇ, ਆਪਾਂ ਲੋਕਾਂ ਨੇ। ਉਹਨਾਂ ਦੇ ਵਰਕ ਨੂੰ ਦੇਖੋ, ਜਿਨ੍ਹਾਂ ਨੇ ਵਰਕ ਕਰਨਾ। ਤੁਸੀਂ ਸਹੀ ਕੈਂਡੀਡੇਟ ਚੁਣੋ ਤਾਂ ਬੁਢਲਾਡੇ ਦਾ ਵਿਕਾਸ ਓਬਵੀਅਸਲੀ ਹੋਏਗਾ, ਬਿਲਕੁਲ ਹੋਏਗਾ। ਤੁਸੀਂ ਕਿਹਾ ਕਿ ਸਹੀ ਕੈਂਡੀਡੇਟ, ਤਾਂ ਸਹੀ ਕੈਂਡੀਡੇਟ ਹਾਲਾਂਕਿ ਜਦੋਂ ਵੀ ਲੋਕ ਚੁਣਦੇ ਨੇ ਆਪਣੇ ਵੱਲੋਂ ਹੋ ਸਕਦਾ ਕਿ ਉਹ ਸਹੀ ਚੁਣਾਵ ਕਰਦੇ ਹੋਣ, ਲੇਕਿਨ ਕੈਂਡੀਡੇਟ ਚੁਣਨ ਤੋਂ ਬਾਅਦ ਸ਼ਾਇਦ ਬਦਲ ਜਾਂਦੇ ਹੋਣ। ਉਹ ਇੰਨਾ ਕੁਝ ਹੋਇਆ, MCs ਨੂੰ ਕਟਹਿਰੇ ਵਿੱਚ ਖੜਾ ਕੀਤਾ ਗਿਆ, ਤਾਂ ਇਹ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਤੁਸੀਂ MC ਬਣਨ ਜਾ ਰਹੇ ਹੋ, ਉਹ ਡੈਡੀ ਲੈਣ ਜਾ ਰਹੇ ਹੋ, ਕਿ ਚੈਲੰਜ ਹੋਏਗਾ? ਥੋੜਾ ਜਿਹਾ ਤੁਹਾਡੇ ਮਨ 'ਚ ਡਰ ਨਹੀਂ ਹੈ ਇਸ ਤਰ੍ਹਾਂ? ਤਾਂ ਉਹ ਚੀਜ਼ ਦਾ ਡਰ ਤਾਂ ਮੈਨੂੰ ਬਿਲਕੁਲ ਹੀ ਹੈ ਨਹੀਂ, ਕਿਉਂਕਿ ਮੈंने ਓਨੈਸਟੀ 'ਤੇ ਚੱਲਣਾ ਹੈ। ਓਨੈਸਟੀ ਤੋਂ ਸਟਾਰਟ ਕੀਤਾ ਅਤੇ ਓਨੈਸਟੀ ਨਾਲ ਹੀ ਚੱਲਣਾ ਹੈ। ਸਿਰਫ ਚੋਰ ਜਿਨ੍ਹਾਂ ਦੇ ਮਨ 'ਚ ਹੁੰਦੇ ਉਹੀ ਕਟਹਿਰੇ ਵਿੱਚ ਖੜਨ ਤੋਂ ਡਰਦੇ ਹੈ। ਬਟ ਮੇਰੇ ਲਈ ਇਹ ਚੀਜ਼ ਕੋਈ ਮਤਲਬ ਕਿ ਮੁਸ਼ਕਿਲ ਨਹੀਂ। ਮੈਂ ਆਰਾਮ ਨਾਲ, ਮੈਨੂੰ ਜਿੱਥੇ ਖੜਾ ਕਰਨਗੇ ਆਪਾਂ ਤਿਆਰ ਹਾਂ, ਕਿਉਂਕਿ ਮੈंने ਇਮਾਨਦਾਰੀ ਨਾਲ, ਓਨੈਸਟੀ ਨਾਲ ਚੀਜ਼ ਸ਼ੁਰੂ ਕੀਤੀ ਹੈ ਅਤੇ ਓਨੈਸਟੀ ਨਾਲ ਹੀ ਚੱਲਾਂਗੇ। ਜਿੰਨੀ ਕਰਪਸ਼ਨ ਜੋ ਆਮ ਤੌਰ 'ਤੇ ਕਹੀ ਜਾਂਦੀ ਹੈ ਲੋਕਾਂ ਵੱਲੋਂ ਕਿ ਸਾਡੀ ਨਗਰ ਕੌਂਸਲ ਵਿੱਚ ਬਹੁਤ ਜ਼ਿਆਦਾ ਕਰਪਸ਼ਨ ਹੁੰਦੀ ਹੈ, ਉਸ ਕਰਪਸ਼ਨ ਨੂੰ ਕਿਵੇਂ ਰੋਕਿਆ ਜਾ ਸਕਦਾ? ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਰਦੇਵ ਕਮਲ ਅਤੇ ਤੁਸੀਂ ਜੁੜੇ ਹੋ ਬੁਢਲਾਡਾ ਸਿਟੀ ਰੇਡੀਓ ਤੇ ਵੱਖਰੀ ਪਹਿਚਾਣ ਚੈਨਲ 'ਤੇ। ਦੋਸਤੋ, ਨਗਰ ਕੌਂਸਲ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਅਤੇ ਅੱਜ ਅਸੀਂ ਆਏ ਹਾਂ ਜੀ ਵਾਰਡ ਨੰਬਰ 9 ਦੀ ਉਮੀਦਵਾਰ ਆਰਤੀ ਰਾਣੀ ਜੀ ਦੇ ਕੋਲ। ਇਹਨਾਂ ਤੋਂ ਜਾਣਾਂਗੇ ਇਹਨਾਂ ਦੇ ਮੈਨੀਫੈਸਟੋ ਬਾਰੇ ਔਰ ਇਹਨਾਂ ਦੇ ਕੀ ਪਲਾਨ ਨੇ, ਕੀ ਸੋਚ ਕੇ ਰਾਜਨੀਤੀ 'ਚ ਆਏ ਨੇ। ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਡਮ। ਥੈਂਕ ਯੂ ਸਰ, ਥੈਂਕ ਯੂ। ਰੇਡੀਓ ਸਿਟੀ ਬੁਢਲਾਡਾ ਦਾ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ, ਜੋ ਮੇਰੇ ਲਈ ਆਏ ਔਰ ਮੇਰੇ ਵਿਊਜ਼ ਲੋਕਾਂ ਦੇ ਅੱਗੇ ਪੇਸ਼ ਕਰਨ ਲਈ ਆਏ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਵੈਲਕਮ ਸਰ, ਮੋਸਟ ਵੈਲਕਮ। ਤਾਂ ਆਰਤੀ ਜੀ, ਪਹਿਲਾ ਮੇਰਾ ਸਵਾਲ ਤੁਹਾਨੂੰ ਇਹੀ ਹੈ ਕਿ ਤੁਸੀਂ ਕੀ ਸੋਚ ਕੇ ਤੁਸੀਂ ਰਾਜਨੀਤੀ ਨੂੰ ਜੁਆਇਨ ਕਰ ਰਹੇ ਹੋ? ਐਕਚੁਅਲੀ ਸਰ, ਪਹਿਲਾਂ ਫੁੱਲਫਿਲ ਕੋਈ ਪਲਾਨ ਨਹੀਂ ਸੀ, ਮਤਲਬ ਕਿ ਕੋਈ ਪਲਾਨ ਕੀਤਾ ਸੀ ਵੀ ਆਪਾਂ ਨੇ ਪੋਲੀਟਿਕਸ ਦੇ ਵਿੱਚ ਆਉਣਾ, ਕੁਝ ਵੀ ਨਹੀਂ ਸੀ। ਬਸ ਇੱਕ ਸੁਪਨਾ ਸੀ ਮੇਰਾ ਬਚਪਨ ਤੋਂ, ਲਗਾ ਲਓ, ਚਾਹੇ ਮਤਲਬ ਕਿ ਜਦੋਂ ਹੀ ਮੈंने ਕਾਲਜ ਫਿਨਿਸ਼ ਕੀਤਾ ਉਦੋਂ ਤੋਂ ਲਗਾ ਲਓ ਕਿ ਮੈंने ਪੋਲੀਟਿਕਸ ਦੇ ਵਿੱਚ ਜਾਣਾ ਵੀ, ਮਤਲਬ ਕਿ ਮੇਰਾ ਅੰਦਰ ਹੀ ਸੁਪਨਾ ਸੀ, ਬਾਹਰ ਕੁਝ ਨਹੀਂ ਸੀ ਇਸ ਚੀਜ਼ ਬਾਰੇ ਵੀ ਮੈंने ਪੋਲੀਟਿਕਸ ਦੇ ਵਿੱਚ ਜਾਣਾ। ਬਸ ਇਹ ਪਰਮਾਤਮਾ ਨੇ ਚਾਂਸ ਦਿੱਤਾ ਤਾਂ ਸ਼ਾਇਦ ਉਹਦੇ ਕਰਕੇ ਹੋ ਗਏ। ਇਸ ਚੀਜ਼ ਲਈ ਮੈਂ ਸਾਰਾ ਕ੍ਰੈਡਿਟ ਮੇਰੇ ਪਰਮਾਤਮਾ ਨੂੰ ਦੇਣਾ ਚਾਹੂੰਗੀ, ਜਿਨ੍ਹਾਂ ਨੇ ਮੈਨੂੰ ਇਹ ਗੋਲਡਨ ਓਪਰਚੁਨਿਟੀ ਦਿੱਤੀ ਹੈ ਅਤੇ ਮੈਂ ਇਸ ਫੀਲਡ ਦੇ ਵਿੱਚ ਆਈ ਹਾਂ ਜੀ। ਤਾਂ ਮੈਂ ਚਾਹੂੰਗਾ ਕਿ ਬੇਸਿਕ ਨੌਲੇਜ, ਬੇਸਿਕ ਤੁਹਾਡੀ ਪ੍ਰੋਫਾਈਲ ਅਸੀਂ ਲੋਕਾਂ ਨੂੰ ਦੱਸੀਏ। ਤਾਂ ਤੁਸੀਂ ਕਿੰਨਾ ਪੜ੍ਹੇ ਲਿਖੇ ਹੋ ਔਰ ਕਿਸ ਪਰਿਵਾਰ ਨੂੰ ਬਿਲੋਂਗ ਕਰਦੇ ਹੋ? ਹਾਂਜੀ ਸਰ, ਮੈਂ ਅਗਰਵਾਲ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ, ਜੋ ਕਿ ਬਹੁਤ ਹੀ ਸਿੰਪਲ ਔਰ ਸਧਾਰਨ ਪਰਿਵਾਰ ਹੈ। ਸਾਡੀ ਫੈਮਿਲੀ ਦੇ ਵਿੱਚ ਐਸੇ ਮਤਲਬ ਕਿ ਕੋਈ ਮੈਂ ਕਹਾਂ ਸਾਡੀ ਪਾਵਰ ਬਹੁਤ ਜ਼ਿਆਦਾ ਹੈ ਜਾਂ ਸਾਡੇ ਕੋਲ ਪੈਸਾ ਬਹੁਤ ਜ਼ਿਆਦਾ, ਉਸ ਚੀਜ਼ ਦੀ ਕੋਈ ਮਤਲਬ ਕਿ ਇਸ ਤਰ੍ਹਾਂ ਦੀ ਨਹੀਂ ਹੈਗੀ। ਬਟ ਮੈਂ ਇੱਕ ਬਹੁਤ ਹੀ ਸਿੰਪਲ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ, ਜੋ ਕਿ ਮਤਲਬ ਕਿ ਬਹੁਤ ਹੀ ਉਹਨਾਂ ਦੀ ਜਿਹੜੀ ਸੋਚ ਹੈ ਬਹੁਤ ਹੀ ਉੱਚੀ ਹੈ। ਅਗਰ ਅਸੀਂ ਪਾਵਰ ਔਰ ਪੈਸਾ ਨਹੀਂ ਕਮਾਇਆ ਪਰ ਇੱਜ਼ਤ ਬਹੁਤ ਕਮਾਈ ਹੈ, ਵੀ ਮੈਂ ਇਸ ਤਰ੍ਹਾਂ ਦੀ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ। ਮੇਰੇ ਫਾਦਰ ਇਨ ਲੋ ਨੇ ਜੋ ਵੀ ਬਹੁਤ ਹੀ ਜ਼ਿਆਦਾ ਸਿੰਪਲ ਔਰ ਸਧਾਰਨ ਫੈਮਿਲੀ ਨੂੰ ਬਿਲੋਂਗ ਕਰਦੇ ਨੇ, ਕਿਉਂਕਿ ਪਹਿਲਾਂ ਉਹਨਾਂ ਦੇ ਮਤਲਬ ਕਿ ਫਾਦਰ ਜਿਹੜੇ ਹੈਗੇ ਸੀ ਉਹ ਬਚਪਨ ਤੋਂ ਹੀ ਮਤਲਬ ਕਿ ਵੀ ਐਵੇਂ ਚਲੋ ਵੀ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਨੂੰ ਛੋੜ ਕੇ ਚਲੇ ਗਏ ਸੀ। ਤਾਂ ਉਹਨਾਂ ਨੇ ਬਹੁਤ ਜ਼ਿਆਦਾ ਲੇਬਰ ਕੀਤੀ ਹੈ, ਵੀ ਅਗਰ ਉਹਨਾਂ ਨੇ ਪਾਵਰ ਇੰਨੀ ਨਹੀਂ ਕਮਾਈ ਪਰ ਇੱਜ਼ਤ ਬਹੁਤ ਕਮਾਈ ਹੈ। ਇਸ ਕਰਕੇ ਬਹੁਤ ਹੀ ਸਿੰਪਲ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ। ਔਰ ਮੇਰੀ ਕੁਆਲੀਫਿਕੇਸ਼ਨ ਹੈਗੀ ਹੈ ਸਰ MA BEd, ਔਰ ਮੈंने MA ਵੀ ਪੋਲੀਟਿਕਸ ਦੇ ਵਿੱਚ ਹੀ ਕੀਤੀ ਹੋਈ ਹੈ। MA ਪੋਲੀਟਿਕਸ ਕੀਤੀ ਹੈ ਤਾਂ ਮੇਰਾ ਖਿਆਲ ਹੈ ਸ਼ਾਇਦ ਇਹ ਸੋਚ ਕੇ ਕੀਤੀ ਹੋਏਗੀ ਕਦੇ ਨਾ ਕਦੇ ਤੁਹਾਨੂੰ ਪੋਲੀਟਿਕਸ ਦੇ ਵਿੱਚ ਜਾਣਾ। ਬਿਲਕੁਲ ਸਰ, ਮੈਂ ਤੁਹਾਨੂੰ ਇਹ ਪਹਿਲਾਂ ਵੀ ਸ਼ੋਅ ਕਰ ਚੁੱਕੀ ਹਾਂ। ਜਿਵੇਂ ਜਦੋਂ ਮੇਰਾ ਕਾਲਜ ਫਿਨਿਸ਼ ਹੋਇਆ ਤਾਂ ਜਦੋਂ ਮੈंने ਪੋਲੀਟੀਕਲ ਦੀ MA ਲਈ ਅਪਲਾਈ ਕੀਤਾ ਤਾਂ ਮੇਰਾ ਸੁਪਨਾ ਹੀ ਸੀ ਵੀ ਮੈंने ਇਹਦੇ ਵਿੱਚ ਇੱਕ ਵਾਰੀ ਜਾਣਾ ਹੈ। ਜਦੋਂ ਵੀ ਅਸੀਂ ਉਹ ਥਿਓਰੈਟੀਕਲ ਪੜ੍ਹਦੇ ਤਾਂ ਮੈਂ ਉਹ ਬਹੁਤ ਹੀ ਜ਼ਿਆਦਾ ਡੀਪਲੀ ਚਲੀ ਜਾਂਦੀ ਸੀ ਕਿ ਮੈंने ਉਸ ਚੀਜ਼ ਨੂੰ ਮਤਲਬ ਕਿ ਸਮਝਣਾ ਹੈ। ਬਹੁਤ ਜ਼ਿਆਦਾ ਮੇਰਾ ਇੰਟਰਸਟ ਹੋ ਗਿਆ ਸੀ ਉਹ ਚੀਜ਼ 'ਚ, ਬਟ ਮੇਰੇ ਕੋਲ ਟਾਈਮ ਪੀਰੀਅਡ ਬਹੁਤ ਘੱਟ ਸੀ ਕਿ ਮੈਂ ਉਸ ਚੀਜ਼ ਨੂੰ ਮਤਲਬ ਕਿ ਕੈਰੀ ਔਨ ਨਹੀਂ ਕਰ ਸਕੀ। ਔਰ ਮੈਰਿਜ ਹੋ ਗਈ ਅਤੇ ਬਸ ਫਿਰ ਆਪਾਂ ਫੈਮਿਲੀ ਦੇ ਵਿੱਚ ਇਨਵੋਲਵ ਹੋ ਗਏ ਤਾਂ ਮੈਨੂੰ ਕੋਈ ਓਪਰਚੁਨਿਟੀ ਮਿਲੀ ਨਹੀਂ ਇਸ ਤਰ੍ਹਾਂ ਦੀ। ਤਾਂ ਅੱਜ ਗੋਡ ਨੇ ਪ੍ਰੋਵਾਈਡ ਕੀਤੀ ਤਾਂ ਪਲੀਜ਼ ਮੈਂ ਇਹਨੂੰ ਕੰਟੀਨਿਊ ਕਰਨਾ ਚਾਹੂੰਗੀ। ਪੋਲੀਟਿਕਸ ਬਾਰੇ ਇੱਕ ਗੱਲ ਕਹੀ ਜਾਂਦੀ ਹੈ ਕਿ ਇਹ ਪੋਲੀਟਿਕਸ ਬਹੁਤ ਗੰਦੀ ਹੁੰਦੀ ਹੈ, ਤਾਂ ਤੁਹਾਨੂੰ ਨਹੀਂ ਲੱਗਿਆ ਕਿਤੇ ਨਾ ਕਿਤੇ ਵੀ ਥੋੜਾ ਜਿਹਾ ਅਸੀਂ ਕਿਤੇ ਨਾ ਕਿਤੇ ਵੀ ਖਤਰਾ ਹੈ?
ਨਹੀਂ ਬਿਲਕੁਲ ਬਿਲਕੁਲ ਮੈਂ ਤੁਹਾਡੀ ਇਹ ਗੱਲ ਨਾਲ ਬਿਲਕੁਲ ਐਗਰੀ ਕਰਦੀ ਹਾਂ, ਬਿਲਕੁਲ ਹੀ ਗੰਦੀ ਚੀਜ਼ ਮੰਨਦੇ ਨੇ। ਬਟ ਮੈਨੂੰ ਇਹ ਲੱਗਦਾ ਵੀ ਇਹਨੂੰ ਗੰਦਾ ਕਿਹਨੇ ਬਣਾਇਆ ਹੈ? ਆਮ ਜਨਤਾ ਨੇ, ਆਪਾਂ ਲੋਕਾਂ ਨੇ। ਅਗਰ ਆਪਾਂ ਸਹੀ ਕੈਂਡੀਡੇਟ ਚੁਣਦੇ ਹਾਂ ਤਾਂ ਇਹ ਗੰਦੀ ਬਿਲਕੁਲ ਵੀ ਨਹੀਂ। ਅਗਰ ਆਪਾਂ ਉਹਨੂੰ ਸਹੀ ਵੇ ਨਾਲ ਪ੍ਰੋਵਾਈਡ ਜਿੰਨੀਆਂ ਵੀ ਸਹੂਲਤਾਂ ਆਪਾਂ ਨੂੰ ਮਿਲਦੀਆਂ ਨੇ ਆਪਾਂ ਸਹੀ ਵੇ ਨਾਲ ਲੋਕਾਂ ਤੱਕ ਪਹੁੰਚਾਉਂਦੇ ਹਾਂ ਤਾਂ ਰਾਜਨੀਤੀ ਪੋਲੀਟਿਕਸ ਬਿਲਕੁਲ ਗੰਦੀ ਨਹੀਂ। ਬਟ ਇਹਨੂੰ ਗੰਦਾ ਬਣਾਉਣ ਵਾਲੇ ਆਪਾਂ ਖੁਦ ਹਾਂ, ਆਪਣੀ ਆਮ ਜਨਤਾ, ਕਿਉਂਕਿ ਆਪਾਂ ਕੈਂਡੀਡੇਟ ਸਹੀ ਨਹੀਂ ਚੁਣਦੇ। ਅਗਰ ਆਪਾਂ ਕੈਂਡੀਡੇਟ ਸਹੀ ਚੁਣੀਏ ਤਾਂ ਰਾਜਨੀਤੀ ਬਿਲਕੁਲ ਹੀ ਨੀਟ ਐਂਡ ਕਲੀਨ ਹੋ ਸਕਦੀ ਹੈ। ਬਟ ਇਹ ਆਪਣੀ ਸੋਚ ਔਰ ਆਪਣੀ, ਮੈਂ ਖੁਦ ਵੀ ਇਹਦੇ ਵਿੱਚ ਇਨਵੋਲਵ ਹਾਂ ਕਿਉਂਕਿ ਆਪਾਂ ਖੁਦ ਸਹੀ ਕੈਂਡੀਡੇਟ ਨਹੀਂ ਚੁਣਦੇ, ਇਸ ਕਰਕੇ ਹੀ ਰਾਜਨੀਤੀ ਨੂੰ ਗੰਦਾ ਮੰਨਿਆ ਜਾਂਦਾ ਹੈ। ਬਟ ਮੇਰੀ ਹੁਣ ਸੋਚ ਹੈ ਵੀ ਆਪਣੀ ਜਿਹੜੀ ਯੰਗ ਜਨਰੇਸ਼ਨ ਹੈ ਖੜੀ ਹੋਵੇ ਇਸ ਚੀਜ਼ ਨੂੰ, ਮਤਲਬ ਕਿ ਆਪਾਂ ਕੈਰੀ ਔਨ ਕਰੀਏ ਅਤੇ ਅੱਗੇ ਆਪਾਂ ਇੱਕ ਅੱਛੀ ਸਾਫ਼ ਸੁਥਰੀ ਰਾਜਨੀਤੀ ਲੈ ਕੇ ਆਈਏ। ਬਿਲਕੁਲ, ਜਿਸ ਪਾਰਟੀ ਨੂੰ ਤੁਸੀਂ ਬਿਲੋਂਗ ਐਕਸਪੈਕਟ ਕਰ ਰਹੇ ਹੋ, ਪ੍ਰਤੀਨਿਧੀ ਜਿਸ ਪਾਰਟੀ ਦੇ ਹੈਗੇ ਹੋ, ਉਸ ਪਾਰਟੀ ਦੇ ਜੋ ਨੇਤਾ ਨੇ ਉਹ ਵੀ ਅਕਸਰ ਇਹ ਗੱਲ ਕਹਿੰਦੇ ਨੇ ਕਿ ਇਹ ਜੋ ਗੰਦਗੀ ਹੈ ਇਹਨੂੰ ਇਹਦੇ ਵਿੱਚ ਜਾ ਕੇ ਹੀ ਸਾਫ਼ ਕੀਤਾ ਜਾ ਸਕਦਾ, ਯਾਨੀ ਕਿ ਗੰਦਗੀ ਨੂੰ ਗਟਰ ਦੇ ਵਿੱਚ ਜਾ ਕੇ ਸਾਫ਼ ਕੀਤਾ ਜਾ ਸਕਦਾ। ਤਾਂ ਤੁਸੀਂ ਉਸੇ ਧਾਰਨਾ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਤਾਂ ਆਰਤੀ ਜੀ, ਤੁਸੀਂ ਹਾਊਸ ਵਾਈਫ ਹੋ ਜਾਂ ਵਰਕਿੰਗ ਹੋ? ਸਰ ਮੈਂ ਵਰਕਿੰਗ ਹਾਂ ਜੀ, ਮੈਂ ਮਨੂ ਵਾਟਿਕਾ ਸਕੂਲ ਦੇ ਵਿੱਚ ਟੀਚ ਕਰਵਾਉਂਦੀ ਹਾਂ ਔਰ ਮੈਨੂੰ 6-7 ਸਾਲ ਹੋ ਗਏ ਜੀ, ਉਸ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ ਮੈਨੂੰ ਟੀਚ ਕਰਵਾਉਂਦਿਆਂ ਨੂੰ। ਪਹਿਲੇ ਮੈਂ ਕਾਲਜ 'ਚ ਪੋਲੀਟੀਕਲ ਸਾਇੰਸ ਹੀ ਟੀਚ ਕਰਵਾਉਂਦੀ ਸੀ ਅਤੇ ਹੁਣ ਮੈਂ ਮਨੂ ਵਾਟਿਕਾ ਸਕੂਲ ਦੇ ਵਿੱਚ ਟੀਚ ਕਰਵਾਉਂਦੀ ਹਾਂ ਜੀ। ਅਗਰ ਤੁਹਾਨੂੰ ਲੋਕ ਚੁਣ ਲੈਂਦੇ ਨੇ, ਤੁਸੀਂ ਐਮਸੀ ਬਣ ਜਾਂਦੇ ਹੋ, ਫਿਰ ਤੁਹਾਡੀ ਕੀ ਪ੍ਰਾਥਮਿਕਤਾ ਕੀ ਹੋਏਗੀ? ਤੁਸੀਂ ਸਕੂਲ ਰੱਖੋਗੇ ਜਾਂ ਛੱਡੋਗੇ? ਸਰ ਇਹ ਤਾਂ ਗੋਡ ਦੇ ਉੱਪਰ ਮਤਲਬ ਕਿ ਹੈਗਾ ਵੀ ਆਪਾਂ ਇੱਕ ਵਾਰੀ ਤਾਂ ਦੇਖੋ ਆਪਣੇ ਵੱਲੋਂ ਪੂਰੀ 100% ਦੇਵਾਂਗੇ। ਅਗਰ ਬਾਈ ਚਾਂਸ ਅਗਰ ਇਹ ਚਾਂਸ ਹੁੰਦਾ ਵੀ ਮੈਂ ਐਮਸੀ ਦੇ ਇਲੈਕਸ਼ਨਸ ਦੇ ਵਿੱਚ ਆਉਂਦੀ ਹਾਂ ਤਾਂ ਮੈਂ ਪਲੀਜ਼ ਲੋਕਾਂ ਲਈ ਮਤਲਬ ਕਿ ਜੋ ਵੀ ਮੇਰੇ ਹੈਗੇ ਅੰਦਰ ਵੀ ਹੈਗੇ ਉਹ ਨਿਯਮਸ ਨੂੰ ਲਾਗੂ ਕਰਨਾ ਚਾਹੂੰਗੀ। ਅਗਰ ਮੈਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਤਾਂ ਮੈਂ ਸਕੂਲ ਨੂੰ ਪਲੀਜ਼ ਇੱਕ ਵਾਰੀ ਜ਼ਰੂਰ ਜੀ ਛੱਡਣ ਦੀ ਕੋਸ਼ਿਸ਼ ਕਰੂੰਗੀ। ਪਰ ਮੈਂ ਮਤਲਬ ਕਿ ਬਟ ਮੈਂ ਇੱਕ ਚੀਜ਼ ਸਕੂਲ ਲਈ ਵੀ ਕਹਿਣਾ ਚਾਹੂੰਗੀ ਕਿਉਂਕਿ ਜੇ ਆਹ ਸਾਰਾ ਕੁਝ ਮੈਨੂੰ ਮਿਲਿਆ ਤਾਂ ਮੈਨੂੰ ਸਕੂਲ ਤੋਂ ਹੀ ਮਿਲਿਆ। ਸਾਡੇ ਕਲਪਨਾ ਪ੍ਰਿੰਸੀਪਲ ਮੈਮ ਨੇ ਜੀ ਮੈਨੂੰ ਲੋਕਾਂ ਮੂਹਰੇ ਵਿਚਰਨ ਦਾ ਮੌਕਾ ਸਿਰਫ ਉਹਨਾਂ ਨੇ ਦਿੱਤਾ ਹੈ, ਉਹਨਾਂ ਹੀ ਮਤਲਬ ਕਿ ਉਹਨਾਂ ਦੀ ਗਾਈਡਲਾਈਨਸ ਨਾਲ ਹੀ ਮੈਂ ਅੱਜ ਤੁਹਾਡੇ ਨਾਲ ਗੱਲ ਕਰ ਰਹੀ ਹਾਂ। ਸਿਰਫ ਉਹਨਾਂ ਨੇ ਹੀ ਮੈਨੂੰ ਇਹ ਚੀਜ਼ ਸਟੇਜ ਕੰਡਕਟ ਕਰਨ ਦਾ ਜੋ ਵੀ ਹੁਨਰ ਦਿੱਤਾ ਹੈ ਇਹ ਸਿਰਫ ਉਹਨਾਂ ਦੀ ਬਦੌਲਤ ਹੈ। ਉਹਨਾਂ ਦਾ ਮੈਂ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਰੇਡੀਓ ਸਿਟੀ ਰਾਹੀਂ ਕਰਨਾ ਚਾਹੁੰਦੀ ਹਾਂ ਵੀ ਇਹ ਉਹਨਾਂ ਦੀ ਬਦੌਲਤ ਹੀ ਹੈ ਜੋ ਮੈਂ ਅੱਜ ਤੁਹਾਡੇ ਸਾਹਮਣੇ ਗੱਲ ਕਰ ਰਹੀ ਹਾਂ ਅਤੇ ਅੱਜ ਮੈਂ ਐਮਸੀ ਦੇ ਇਲੈਕਸ਼ਨ ਦੇ ਵਿੱਚ ਖੜੀ ਹੋਈ ਹਾਂ ਜੀ। ਲੇਕਿਨ ਤੁਸੀਂ ਇਹ ਕਿਹਾ ਕਿ ਤੁਹਾਡੀ ਪ੍ਰਾਥਮਿਕਤਾ ਫਿਰ ਵੀ ਜੋ ਐਮਸੀ ਦੇ ਨਾਲ ਸੰਬੰਧਿਤ ਕੰਮ ਨੇ ਉਹਨਾਂ ਨੂੰ ਰਹੇਗੀ, ਤਾਂ ਤੁਸੀਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰੋਗੇ? ਬਿਲਕੁਲ, ਅਗਰ ਮੈਨੂੰ ਸਮਾਜ ਸੇਵਾ ਦਾ ਮੌਕਾ ਮਿਲਦਾ ਮੈਂ ਜ਼ਰੂਰ ਕਰੂੰਗੀ ਜੀ। ਤਾਂ ਇੱਕ ਇਹ ਦੱਸੋ ਕਿ ਤੁਹਾਨੂੰ ਕੀ ਲੱਗਦਾ ਹੈ, ਅੱਛਾ ਤੁਹਾਡੇ ਵਿਆਹ ਨੂੰ ਕਿੰਨੇ ਸਾਲ ਹੋ ਗਏ? ਸਰ ਮੇਰੇ 13 ਇਅਰਸ ਹੋ ਗਏ ਜੀ, 13 ਸਾਲ ਹੋ ਗਏ ਮੇਰੀ ਮੈਰਿਜ ਨੂੰ। ਜੀ। ਬੇਸਿਕਲੀ ਕਿਹੜੇ ਸ਼ਹਿਰ ਦੇ ਹੋ ਤੁਸੀਂ? ਮੈਂ ਮਾਨਸਾ ਤੋਂ ਬਿਲੋਂਗ ਕਰਦੀ ਹਾਂ ਸਰ। ਅੱਛਾ, ਤੁਸੀਂ ਮਾਨਸਾ ਤੋਂ ਬਿਲੋਂਗ ਕਰਦੇ ਹੋ। ਮਾਨਸਾ ਔਰ ਬੁਢਲਾਡਾ ਦੇ ਵਿੱਚ ਜ਼ਿਆਦਾ ਫਾਸਲਾ ਵੀ ਨਹੀਂ ਹੈ, ਸ਼ਹਿਰ ਦੇ ਕਲਚਰ 'ਚ ਵੀ ਜ਼ਿਆਦਾ ਫਰਕ ਨਹੀਂ ਹੈ। ਤਾਂ ਤੁਹਾਨੂੰ ਕੀ ਲੱਗਦਾ ਹੈ ਬੁਢਲਾਡਾ ਸ਼ਹਿਰ ਦੀਆਂ ਸਮੱਸਿਆਵਾਂ ਕੀ ਨੇ? ਹਾਲਾਂਕਿ ਤੁਸੀਂ ਮਾਨਸਾ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਜ਼ਿਆਦਾ ਜਾਣਦੇ ਹੋਵੋਗੇ, ਲੇਕਿਨ ਤੁਸੀਂ ਬੁਢਲਾਡੇ ਦੇ ਬਹੁਤ ਚਿਰ ਤੋਂ ਰਹਿ ਰਹੇ ਹੋ। ਤੁਹਾਨੂੰ ਕੀ ਲੱਗਦਾ ਬੁਢਲਾਡਾ ਸ਼ਹਿਰ ਦੀਆਂ ਜਿਹੜੀਆਂ ਬੇਸਿਕ ਸਮੱਸਿਆਵਾਂ ਨੇ ਉਹ ਕਿਹੜੀਆਂ-ਕਿਹੜੀਆਂ ਨੇ? ਸਰ ਬੇਸਿਕ ਤਾਂ ਸਭ ਤੋਂ ਮਤਲਬ ਕਿ ਜਿਹੜੀ ਇੱਥੋਂ ਦੀ ਸਮੱਸਿਆ ਬੁਢਲਾਡਾ ਦੀ ਸੀਵਰੇਜ ਦੀ ਔਰ ਨਾਲੀਆਂ ਦੇ ਨਿਕਾਸ ਦੀ ਹੈ, ਕਿਉਂਕਿ ਨਾਲੀਆਂ ਦਾ ਜਿਹੜਾ ਪਾਣੀ ਹੈ ਉਹਨਾਂ ਦਾ ਨਿਕਾਸ ਬਿਲਕੁਲ ਹੀ ਸਹੀ ਨਹੀਂ ਹੋ ਰਿਹਾ। ਅਗਰ ਸੀਵਰੇਜ ਦੀ ਸਮੱਸਿਆ ਦੇਖੋ ਨਾਲੀਆਂ ਕਵਰ ਹੋ ਜਾਣਗੀਆਂ ਤਾਂ ਇਹ ਚੀਜ਼ ਤਾਂ ਹੀ ਸੋਲਵ ਆਊਟ ਹੋ ਸਕਦੀ ਹੈ, ਤਾਂ ਹੀ ਸੀਵਰੇਜ ਦੀ ਸਮੱਸਿਆ ਸੋਲਵ ਹੋ ਸਕਦੀ ਹੈ ਅਗਰ ਨਾਲੀਆਂ ਕਵਰ ਹੋਣਗੀਆਂ। ਅਤੇ ਉਸ ਤੋਂ ਬਾਅਦ ਉਲਟਾ ਹੈਗਾ ਸੜਕਾਂ, ਜੋ ਕਿ ਹੁਣ ਆਪਣੇ ਐਸਡੀਐਮ ਸਰ ਕਰ ਰਹੇ ਨੇ ਬਹੁਤ ਜ਼ਿਆਦਾ, ਵੀ ਮੈਂ ਉਹਨਾਂ ਦਾ ਵੀ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ, ਉਹਨਾਂ ਨੂੰ ਵੀ ਮੈਂ ਲੈ ਕੇ ਚੱਲਦੀ ਹਾਂ ਨਾਲ ਆਪਣੇ। ਪਰ ਮਤਲਬ ਕਿ ਇਹ ਚੀਜ਼ ਸਭ ਤੋਂ ਜ਼ਰੂਰੀ ਹੈ, ਜੋ ਨਾਲੀਆਂ ਔਰ ਬਾਰਿਸ਼ ਦਾ ਪਾਣੀ ਖੜਾ ਹੁੰਦਾ ਉਹਨਾਂ ਦਾ ਨਿਕਾਸ ਨਹੀਂ ਹੈਗਾ, ਇਹ ਸਮੱਸਿਆ ਸਭ ਤੋਂ ਜ਼ਿਆਦਾ ਨੇ। ਅਗਰ ਬੁਢਲਾਡੇ ਦੇ ਵਿੱਚ ਥੋੜ੍ਹੀ ਜਿਹੀ ਵੀ ਬਾਰਿਸ਼ ਹੋ ਜਾਂਦੀ ਹੈ ਤਾਂ ਜਿਹੜਾ ਪਾਣੀ ਦਾ ਨਿਕਾਸ ਹੈ ਬਾਰਿਸ਼ ਦਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ, ਉਹਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ। ਮੈਂ ਨਾਲੀਆਂ ਸੀਵਰੇਜ ਅਤੇ ਜੋ ਬਾਰਿਸ਼ ਦਾ ਪਾਣੀ ਹੈ ਉਹਨਾਂ ਦੇ ਨਿਕਾਸ ਲਈ ਵੀ ਮੈਂ ਇਹ ਜਿਹੜੀਆਂ ਆਪਣੀਆਂ ਹੈਗੀਆਂ ਨੇ ਪ੍ਰੋਬਲਮਸ ਬੁਢਲਾਡੇ ਦੀਆਂ ਉਹਨਾਂ ਨੂੰ ਸਭ ਤੋਂ ਪਹਿਲਾਂ ਸੋਲਵ ਆਊਟ ਕਰਨਾ ਚਾਹੂੰਗੀ। ਇਹ ਸਮੱਸਿਆਵਾਂ ਆਮ ਤੌਰ 'ਤੇ ਹਰ ਇੱਕ ਉਮੀਦਵਾਰ ਨੇ ਗਿਣਾਈਆਂ ਨੇ, ਸੀਵਰੇਜ ਦੀ ਹੋਈ ਜਾਂ ਪਾਣੀ ਦੀ ਹੋਈ। ਤੁਹਾਨੂੰ ਹੋਰ ਕੀ ਲੱਗਦਾ ਕਿ ਸ਼ਹਿਰ ਦੇ ਵਿੱਚ ਹੋਰ ਕੀ ਕਮੀ ਹੈ ਜਿਹਦੇ ਕਰਕੇ ਸਾਨੂੰ ਕਿਹਾ ਜਾਂਦਾ ਕਿ ਇਹ ਤਾਂ ਪਛੜਿਆ ਹੋਇਆ ਸ਼ਹਿਰ ਹੈ ਜੀ, ਬੈਕਵਰਡ ਸ਼ਹਿਰ ਹੈ ਜੀ, ਉਹ ਠੱਪਾ ਸਾਡੇ ਤੇ ਲੱਗਿਆ ਹੋਇਆ? ਤੁਹਾਨੂੰ ਕੀ ਲੱਗਦਾ ਹੋਰ ਕੀ ਚੀਜ਼ ਹੈ ਜੋ ਆਪਾਂ ਕਰ ਸਕਦੇ ਹਾਂ? ਸਰ ਮਤਲਬ ਕਿ ਫਿਰ ਉਹੀ ਪੋਲੀਟਿਕਸ ਵਾਲੀ ਗੱਲ ਆ ਜਾਂਦੀ ਹੈ ਜੀ, ਵੀ ਮੇਰੀ ਮੇਨ ਸਮੱਸਿਆ ਕੀ ਹੈ, ਜਿਹੜੇ ਮਤਲਬ ਕਿ ਲੋਕ ਉਰੇ ਨਾ ਪੋਲੀਟਿਕਸ ਦੇ ਵਿੱਚ ਚਲੇ ਗਏ ਨੇ, ਬਿਲਕੁਲ ਉਹ ਕੈਂਡੀਡੇਟ ਨਹੀਂ ਦੇਖਦੇ ਕਿਉਂਕਿ ਸਾਰੀ ਲੋਕਾਂ 'ਤੇ ਡਿਪੈਂਡ ਹੈ। ਅਗਰ ਆਪਾਂ ਸਹੀ ਕੈਂਡੀਡੇਟ ਚੁਣਾਂਗੇ ਤਾਂ ਬੁਢਲਾਡੇ ਦਾ ਵਿਕਾਸ ਨੈਚੁਰਲੀ ਹੋਏਗਾ, ਕਿਉਂਕਿ ਜੋ ਆਪਣੇ ਕੈਂਡੀਡੇਟ ਹੁਣ ਤੱਕ ਚੁਣੇ ਗਏ ਹੈ ਵੀ ਉਹ ਸਹੀ ਚੁਣੇ ਗਏ ਹੋਣਗੇ, ਬਟ ਉਹਨਾਂ ਨੇ ਵਰਕ ਉਸ ਤਰ੍ਹਾਂ ਨਹੀਂ ਕੀਤਾ ਜਿੰਨਾ ਹੋਣਾ ਚਾਹੀਦਾ ਸੀ। ਤਾਂ ਮੇਰੀ ਬਸ ਇੱਕੋ ਹੀ ਰਿਕੁਐਸਟ ਹੈ ਲੋਕਾਂ ਅੱਗੇ ਵੀ ਪਲੀਜ਼ ਤੁਸੀਂ ਕੈਂਡੀਡੇਟ ਦੇਖੋ, ਉਹਨਾਂ ਦੇ ਵਰਕ ਨੂੰ ਦੇਖੋ, ਜਿਨ੍ਹਾਂ ਨੇ ਵਰਕ ਕਰਨਾ। ਤੁਸੀਂ ਸਹੀ ਕੈਂਡੀਡੇਟ ਚੁਣੋ ਤਾਂ ਬੁਢਲਾਡੇ ਦਾ ਵਿਕਾਸ ਓਬਵੀਅਸਲੀ ਹੋਏਗਾ, ਬਿਲਕੁਲ ਹੋਏਗਾ। ਤੁਸੀਂ ਕਿਹਾ ਕਿ ਸਹੀ ਕੈਂਡੀਡੇਟ, ਤਾਂ ਸਹੀ ਕੈਂਡੀਡੇਟ ਹਾਲਾਂਕਿ ਜਦੋਂ ਵੀ ਲੋਕ ਚੁਣਦੇ ਨੇ ਆਪਣੇ ਵੱਲੋਂ ਹੋ ਸਕਦਾ ਕਿ ਉਹ ਸਹੀ ਚੁਣਾਵ ਕਰਦੇ ਹੋਣ, ਲੇਕਿਨ ਕੈਂਡੀਡੇਟ ਚੁਣਨ ਤੋਂ ਬਾਅਦ ਸ਼ਾਇਦ ਬਦਲ ਜਾਂਦੇ ਹੋਣ। ਜਿਸ ਤਰ੍ਹਾਂ ਰੁਝਾਨ ਹੈ ਕਿ ਜਦੋਂ ਬੰਦਾ ਸੱਤਾ ਵਿੱਚ ਆਉਂਦਾ
ਉਹ ਸੱਤਾ ਦਾ ਜਿਹੜਾ ਨਸ਼ਾ ਹੁੰਦਾ ਉਸ ਨੂੰ ਉਹ ਸਭ ਜ਼ਿੰਮੇਵਾਰੀਆਂ ਭੁਲਾ ਦਿੰਦਾ। ਜੋ ਪਹਿਲਾਂ ਬੰਦਾ ਵਾਅਦੇ ਕਰਦਾ ਉਹ ਸ਼ਾਇਦ ਭੁੱਲ ਜਾਂਦਾ। ਇੱਥੇ ਗੱਲ ਆ ਜਾਂਦੀ ਹੈ ਫਿਰ ਜੋ ਬਹੁਤ ਸਾਰਾ ਸੰਘਰਸ਼ ਤੁਸੀਂ ਦੇਖਿਆ ਕਿ ਬੁਢਲਾਡੇ ਸ਼ਹਿਰ ਨਾਲ ਸੰਬੰਧਿਤ ਲੋਕਾਂ ਨੇ, ਸਾਰੇ ਸ਼ਹਿਰ ਨੇ ਕੀਤਾ, ਸੰਘਰਸ਼ ਹੋਇਆ ਤੇ ਬਹੁਤ ਸਾਰਾ ਕੁਝ ਚੰਗਾ ਵੀ ਹੋਇਆ, ਕੁਝ ਮਾੜਾ ਵੀ ਹੋਇਆ ਸ਼ਹਿਰ ਨਾਲ। ਉਹ ਇੰਨਾ ਕੁਝ ਹੋਇਆ, ਐਮਸੀਜ਼ ਨੂੰ ਕਟਹਿਰੇ ਵਿੱਚ ਖੜਾ ਕੀਤਾ ਗਿਆ। ਤਾਂ ਇਹ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਤੁਸੀਂ ਐਮਸੀ ਬਣਨ ਜਾ ਰਹੇ ਹੋ, ਉਹ ਡੈਡੀ ਲੈਣ ਜਾ ਰਹੇ ਹੋ, ਕਿ ਚੈਲੰਜ ਹੋਏਗਾ ਥੋੜ੍ਹਾ ਜਿਹਾ? ਤੁਹਾਡੇ ਮਨ 'ਚ ਡਰ ਨਹੀਂ ਹੈ ਇਸ ਤਰ੍ਹਾਂ ਦਾ ਕੋਈ? ਨਹੀਂ ਸਰ, ਮੈਨੂੰ ਮਤਲਬ ਕਿ ਜਿਸ ਪਾਰਟੀ ਨੂੰ ਮੈंने ਜੁਆਇਨ ਕੀਤਾ ਹੈ ਤਾਂ ਉਹ ਚੀਜ਼ ਦਾ ਡਰ ਤਾਂ ਮੈਨੂੰ ਬਿਲਕੁਲ ਹੀ ਹੈ ਨਹੀਂ, ਕਿਉਂਕਿ ਮੈंने ਓਨੈਸਟੀ ਤੇ ਚੱਲਣਾ ਹੈ, ਓਨੈਸਟੀ ਤੋਂ ਸਟਾਰਟ ਕੀਤਾ ਤੇ ਓਨੈਸਟੀ ਨਾਲ ਹੀ ਚੱਲਣਾ ਹੈ। ਤਾਂ ਡਰ ਉਹਨਾਂ ਨੂੰ ਹੁੰਦਾ ਜਿਨ੍ਹਾਂ ਦੇ ਮਨ 'ਚ ਪਾਪ ਜਾਂ ਕੋਈ ਚੋਰ ਹੁੰਦਾ, ਤੇ ਮੇਰੇ ਮਨ 'ਚ ਕੋਈ ਪਾਪ ਕੋਈ ਚੋਰ ਨਹੀਂ। ਮੈਂ ਆਪਣੀ ਇਮਾਨਦਾਰੀ ਨਾਲ ਲੜਾਂਗੀ ਤੇ ਇਮਾਨਦਾਰੀ ਨਾਲ ਹੀ ਕੰਮ ਕਰਾਂਗੀ, ਇਸ ਲਈ ਇਸ ਚੀਜ਼ ਦਾ ਮੈਨੂੰ ਕੋਈ ਡਰ ਨਹੀਂ। ਸਿਰਫ ਚੋਰ ਜਿਨ੍ਹਾਂ ਦੇ ਮਨ 'ਚ ਹੁੰਦਾ ਉਹੀ ਕਟਹਿਰੇ ਵਿੱਚ ਖੜਨ ਤੋਂ ਡਰਦੇ ਆ, ਬਟ ਮੇਰੇ ਲਈ ਇਹ ਚੀਜ਼ ਕੋਈ ਮਤਲਬ ਕਿ ਮੁਸ਼ਕਿਲ ਨਹੀਂ। ਮੈਂ ਆਰਾਮ ਨਾਲ, ਮੈਨੂੰ ਜਿੱਥੇ ਖੜਾ ਕਰਨਗੇ ਆਪਾਂ ਤਿਆਰ ਹਾਂ, ਕਿਉਂਕਿ ਮੈंने ਇਮਾਨਦਾਰੀ ਨਾਲ ਓਨੈਸਟੀ ਨਾਲ ਚੀਜ਼ ਸ਼ੁਰੂ ਕੀਤੀ ਹੈ ਤੇ ਓਨੈਸਟੀ ਨਾਲ ਹੀ ਚੱਲਾਂਗੇ। ਅੱਛਾ, ਤੁਹਾਨੂੰ ਕੀ ਲੱਗਦਾ ਜਿੰਨੀ ਕਰਪਸ਼ਨ ਜੋ ਆਮ ਤੌਰ ਤੇ ਕਹੀ ਜਾਂਦੀ ਹੈ ਲੋਕਾਂ ਵੱਲੋਂ ਕਿ ਸਾਡੀ ਨਗਰ ਕੌਂਸਲ ਵਿੱਚ ਬਹੁਤ ਜ਼ਿਆਦਾ ਕਰਪਸ਼ਨ ਹੁੰਦੀ ਹੈ, ਉਸ ਕਰਪਸ਼ਨ ਨੂੰ ਕਿਵੇਂ ਰੋਕਿਆ ਜਾ ਸਕਦਾ? ਸਰ ਸਹੀ ਕੈਂਡੀਡੇਟ ਚੁਣ ਕੇ। ਅਕੋਰਡਿੰਗ ਟੂ ਮੀ, ਮੈਂ ਸ਼ੁਰੂ ਤੋਂ ਹੀ, ਜਦੋਂ ਤੋਂ ਤੁਸੀਂ ਇੰਟਰਵਿਊ ਸਟਾਰਟ ਕੀਤਾ ਹੈ, ਮੇਰਾ ਮੇਨ ਮੋਟਿਵ ਹੀ ਇਹ ਵੀ ਤੁਸੀਂ ਕੈਂਡੀਡੇਟ ਸਹੀ ਚੁਣੋਗੇ ਤਾਂ ਤੁਹਾਡੀ ਕਰਪਸ਼ਨ ਆਪਣੇ ਆਪ ਹੀ ਖਤਮ ਹੋ ਜਾਏਗੀ। ਇਹ ਸਿਰਫ ਲੋਕਾਂ ਨੂੰ ਦੇਖਣਾ ਚਾਹੀਦਾ ਵੀ ਅਸੀਂ ਕਿਸ ਤਰ੍ਹਾਂ ਦਾ ਕੈਂਡੀਡੇਟ ਚੁਣਨਾ ਜੋ ਸਾਡੇ ਵਾਰਡ ਲਈ ਕੰਮ ਕਰ ਸਕਦਾ ਹੈ। ਤੁਸੀਂ ਇਹ ਨਾ ਦੇਖੋ ਮਤਲਬ ਕਿ ਤੁਹਾਨੂੰ ਮੈਂ ਪਹਿਲਾਂ ਵੀ ਇਹ ਗੱਲ ਕਹਿਣਾ ਚਾਹੁੰਦੀ ਸੀ ਵੀ ਸਾਡਾ ਜਿਹੜਾ ਵਾਰਡ ਹੈ ਲੇਡੀਜ਼ ਰਿਜ਼ਰਵ ਹੈ। ਤੁਸੀਂ ਕੈਂਡੀਡੇਟ ਕੋਈ ਵੀ ਖੜੇ ਕਰੋ ਪਲੀਜ਼, ਪਰ ਤੁਸੀਂ ਕੈਂਡੀਡੇਟ ਨੂੰ ਦੇਖੋ ਜਿਨ੍ਹਾਂ ਨੂੰ ਤੁਸੀਂ ਵੋਟ ਆਊਟ ਕਰ ਰਹੇ ਹੋ ਵੀ ਇਹ ਸਹੀ ਹੈ, ਵੀ ਵੋਟ ਦੇ ਰਹੇ ਹੋ ਵੀ ਇਹ ਕੈਂਡੀਡੇਟ ਸਹੀ ਹੈ, ਸਾਡੇ ਲਈ ਸਹੀ ਵਰਕ ਕਰ ਰਿਹਾ ਕਿ ਨਹੀਂ ਕਰ ਰਿਹਾ। ਤੁਸੀਂ ਇਹ ਚੀਜ਼ ਨਹੀਂ ਦੇਖੀ ਜਾ ਰਹੀ ਉਰੇ। ਬਸ ਮੇਰੀ ਲੋਕਾਂ ਨੂੰ ਪਲੀਜ਼ ਇਹੀ ਅਪੀਲ ਹੈ ਹੱਥ ਜੋੜ ਕੇ, ਤੁਸੀਂ ਇਹ ਚੀਜ਼ ਦੇਖੋ ਤੁਸੀਂ ਜਿਹੜੇ ਕੈਂਡੀਡੇਟ ਨੂੰ ਖੜਾ ਕੀਤਾ ਵੀ ਉਹ ਕੱਲ੍ਹ ਨੂੰ ਸਾਡੇ ਕੰਮ ਕਰ ਸਕਦਾ ਕਿ ਨਹੀਂ ਕਰ ਸਕਦਾ। ਜੀ, ਅੱਛਾ, ਕਰਪਸ਼ਨ ਦੀ ਗੱਲ ਚੱਲਦੀ ਹੈ, ਮੈਂ ਤੁਹਾਨੂੰ ਪੁੱਛਿਆ ਕਿ ਕਰਪਸ਼ਨ ਕਿਵੇਂ ਰੋਕੀ ਜਾ ਸਕਦੀ ਹੈ। ਤਾਂ ਸਾਡੇ ਕੋਲ ਪਹਿਲਾਂ ਵੀ ਇੱਕ ਸਵਾਲ ਵੀ ਆਇਆ ਸੀ ਸਾਡੇ ਇੱਕ ਵੀਵਰ ਦਾ, ਉਹ ਕਹਿ ਰਹੇ ਸੀ ਕਿ ਅਗਰ ਕੈਂਡੀਡੇਟ ਐਮਸੀ ਜੋ ਬਣਨ ਵਾਲੇ ਨੇ, ਅਗਰ ਲੋਕਾਂ ਨੂੰ ਇਹ ਗੱਲ ਦਾ ਵਿਸ਼ਵਾਸ ਦਿਵਾਉਣ, ਕਸਮ ਖਾਉਣ ਕਿ ਅਸੀਂ ਨਾ ਕਰਪਸ਼ਨ ਕਰਾਂਗੇ ਤੇ ਨਾ ਨਗਰ ਕੌਂਸਲ 'ਚ ਕਰਪਸ਼ਨ ਹੋਣ ਦਿਆਂਗੇ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਤੁਸੀਂ ਕਸਮ ਖਾਣ ਲਈ ਤਿਆਰ ਹੋ? ਸਰ ਬਿਲਕੁਲ ਮੈਂ ਤੁਹਾਨੂੰ ਪਹਿਲਾਂ ਵੀ ਇਹੀ ਗੱਲ ਕਹਿ ਚੁੱਕੀ ਹਾਂ ਜੀ, ਆਪਾਂ ਨੇ ਇਮਾਨਦਾਰੀ ਓਨੈਸਟੀ ਤੋਂ ਚੀਜ਼ ਸ਼ੁਰੂ ਕੀਤੀ ਤੇ ਓਨੈਸਟੀ ਤੱਕ ਹੀ ਚੱਲੇਗੀ। ਤੇ ਇਸ ਕਸਮ ਲਈ ਮੈਂ ਬਿਲਕੁਲ ਰੈਡੀ ਹਾਂ ਵੀ ਜੋ ਵੀ ਆਪਾਂ ਕੰਮ ਕਰਾਂਗੇ ਬਿਲਕੁਲ ਇਮਾਨਦਾਰੀ ਨਾਲ ਕਰਾਂਗੇ। ਜੋ ਵੀ ਆਪਾਂ ਨੂੰ ਨਗਰ ਕੌਂਸਲ ਵੱਲੋਂ ਜਾਂ ਕਿਸੇ ਵੱਲੋਂ ਵੀ ਸਹੂਲਤਾਂ ਆ ਰਹੀਆਂ ਨੇ ਉਹ ਸਾਰੀਆਂ ਆਪਾਂ ਸਮਾਜ ਦੇ ਵਿੱਚ ਪ੍ਰੋਵਾਈਡ ਕਰਾਂਗੇ। ਜਿੰਨੀਆਂ ਟੋਟਲੀ ਆਪਣੇ ਵਾਰਡ ਲਈ ਗ੍ਰਾਂਟਸ ਆਉਣਗੀਆਂ ਉਹ ਪੂਰੀ ਇਮਾਨਦਾਰੀ ਨਾਲ ਆਪਣੀ ਮੈਂ ਦੇਣ ਲਈ ਤਿਆਰ ਹਾਂ। ਬਿਲਕੁਲ ਜੀ। ਤਾਂ ਇਹਨਾਂ ਨੇ ਕਿਹਾ ਕਿ ਪੂਰੀ ਇਹ ਇਮਾਨਦਾਰੀ ਦੇ ਖੜੇ ਰਹਿਣਗੇ ਔਰ ਇਹ ਕਸਮ ਖਾਣ ਲਈ ਵੀ ਤਿਆਰ ਨੇ ਕਿ ਨਾ ਕਰਪਸ਼ਨ ਕਰਨਗੇ ਔਰ ਨਾ ਕਰਪਸ਼ਨ ਹੋਣ ਦੇਣਗੇ। ਤਾਂ ਇੱਕ ਗੱਲ ਹੋਰ ਦੱਸੋ ਆਰਤੀ ਜੀ, ਆਪਣਾ ਜੋ ਬੁਢਲਾਡਾ ਸ਼ਹਿਰ ਦੀ ਨਗਰ ਕੌਂਸਲ ਦਾ ਜੋ ਤੁਹਾਨੂੰ ਪਤਾ ਕਿ ਆਇਆ 50% ਔਰਤਾਂ ਦੇ ਲਈ ਰਿਜ਼ਰਵੇਸ਼ਨ ਕੀਤੀ ਗਈ ਹੈ, ਔਰ ਆਪਣੀਆਂ ਜੋ ਜ਼ਿਆਦਾਤਰ ਔਰਤ ਉਮੀਦਵਾਰਾਂ ਨੇ ਹੁਣ ਤੱਕ ਜੋ ਸਾਹਮਣੇ ਆ ਰਹੀਆਂ ਨੇ ਉਹ ਜ਼ਿਆਦਾਤਰ ਉਹਨਾਂ ਦੀ ਆਪਣੀ ਆਈਡੈਂਟੀਟੀ ਕੁਛ ਨਹੀਂ ਹੈ, ਉਹ ਹਾਊਸ ਵਾਈਫਸ ਨੇ। ਸਮਾਜ ਦੇ ਵਿੱਚ ਵੀ ਸ਼ਾਇਦ ਕੁਝ ਜ਼ਿਆਦਾ ਆਇਡੈਂਟੀ ਨਹੀਂ ਉਹਨਾਂ ਦੀ। ਤਾਂ ਤੁਹਾਨੂੰ ਕੀ ਲੱਗਦਾ ਕਿ ਜਦੋਂ ਹੁਣ ਇਹ ਰਾਖਵਾਂਕਰਨ ਕੀਤਾ ਗਿਆ, ਇਸ ਦੇ ਥਰੂ ਜੋ ਉਮੀਦਵਾਰ ਚੁਣ ਕੇ ਜਾਣਗੇ ਕੀ ਉਹ ਵਾਕਈ ਲੋਕਾਂ ਦੇ ਹੱਕਾਂ ਦੀ ਰਾਖੀ ਕਰ ਸਕਣਗੇ? ਸਰ ਇਹ ਮੈਂ ਪਹਿਲਾਂ ਸਟਾਰਟਿੰਗ ਤੋਂ ਵੀ ਤੁਹਾਨੂੰ ਕਿਹਾ ਵੀ ਵੂਮੈਨ ਪਾਵਰ ਤਾਂ ਮਸਟ ਹੈ, ਬਟ ਮੈਨੂੰ ਇਹ ਲੱਗਦਾ ਵੀ ਹਾਊਸ ਵਾਈਫ ਵੀ ਬਹੁਤ ਜ਼ਿਆਦਾ ਅੱਗੇ ਨਿਕਲ ਸਕਦੇ ਨੇ, ਬਟ ਉਹਨਾਂ 'ਚ ਇਹ ਕੈਪੇਬਲ ਹੋਣਾ ਚਾਹੀਦਾ ਵੀ ਆਪਾਂ ਲੋਕਾਂ ਦੇ ਵਿੱਚ ਵਿਚਰ ਸਕੀਏ। ਮੈਂ ਸਿਰਫ ਇਹੀ ਚਾਹੂੰਗੀ ਜੋ ਵੀ ਉਮੀਦਵਾਰ ਜਾਂ ਜੋ ਵੀ ਕੈਂਡੀਡੇਟਸ ਖੜੇ ਹੁੰਦੇ ਆ ਪਲੀਜ਼ ਉਹਨਾਂ ਦੇ ਵਿੱਚ ਇਹ ਪਾਵਰ ਹੋਵੇ ਵੀ ਅੱਗੇ ਜਾ ਕੇ ਆਪਾਂ ਆਪਣੇ ਵਰਕ ਆਪ ਖੁਦ ਕਰ ਸਕੀਏ। ਮੈਂ ਸਿਰਫ ਇਹੀ ਚੀਜ਼ ਨੂੰ ਲੈ ਕੇ ਚੱਲ ਰਹੀ ਹਾਂ ਵੀ ਮੈਂ ਆਪਣੇ ਵਰਕ ਖੁਦ ਕਰੂੰਗੀ। ਜੋ ਵੀ ਅੱਗੇ ਕੈਂਡੀਡੇਟਸ ਹੈਗੇ ਵੀ ਮੇਰੇ ਤੋਂ ਬਹੁਤ ਜ਼ਿਆਦਾ ਲੋਕਾਂ ਨੂੰ ਮੋਟੀਵੇਸ਼ਨਸ ਮਿਲੀ ਹੈ, ਈਵਨ ਕਿ ਡੋਰ ਟੂ ਡੋਰ ਜਦੋਂ ਅਸੀਂ ਕਰਦੇ ਤਾਂ ਹਰੇਕ ਮੈਮ ਮੈਨੂੰ ਇਹ ਪੁੱਛਦੇ ਵੀ ਇਸ ਚੀਜ਼ ਲਈ ਕੀ ਪ੍ਰੋਸੀਜਰ ਹੁੰਦਾ ਵੀ ਮੈਮ ਕੀ ਕੁਆਲੀਫਿਕੇਸ਼ਨ ਚਾਹੀਦੀ ਹੁੰਦੀ ਹੈ, ਅਸੀਂ ਵੀ ਇਸ ਲਾਈਨ 'ਚ ਆਉਣਾ ਚਾਹੁੰਦੇ ਹਾਂ। ਤਾਂ ਲੋਕਾਂ ਨੂੰ ਵੂਮਨ ਪਾਵਰ ਲਗਾ ਲਓ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੇ ਮੇਰੇ ਤੋਂ। ਬਸ ਮੈਂ ਇਹ ਕਹਿਣਾ ਚਾਹੂੰਗੀ ਜੋ ਵੀ ਕੈਂਡੀਡੇਟ ਖੜੇ ਹੁੰਦੇ ਹੈ ਜਾਂ ਜੋ ਵੀ ਉਮੀਦਵਾਰ ਚੁਣੇ ਜਾਂਦੇ ਪਲੀਜ਼ ਉਹ ਆਪਣਾ ਵਰਕ ਖੁਦ ਕਰਨ, ਤਾਂ ਹੀ ਆਪਾਂ ਵੂਮਨ ਪਾਵਰ ਨੂੰ ਅੱਗੇ ਲੈ ਕੇ ਆ ਸਕਦੇ ਹਾਂ। ਅਗਰ ਉਹਨਾਂ ਦੇ ਹਸਬੈਂਡ ਜਾਂ ਉਹਨਾਂ ਦੇ ਫਾਦਰ ਇਨ ਲੋ ਵਰਕ ਕਰਦੇ ਹੈ ਜਾਂ ਕੋਈ ਵੀ ਉਹਨਾਂ ਦੇ ਪਾਪਾ ਕਰਦੇ ਹੈ ਤਾਂ ਉਹ ਗਲਤ ਹੋਏਗਾ। ਆਪਣਾ ਵਰਕ ਅਸੀਂ ਖੁਦ ਕਰਨਾ। ਯਾਨੀ ਕਿ ਲੱਕੜੀ ਦੀ ਮੋਹਰ ਬਣ ਕੇ ਤੁਸੀਂ ਨਹੀਂ ਰਹਿਣਾ ਚਾਹੋਗੇ, ਤੁਸੀਂ ਆਪਣਾ ਕੰਮ ਆਪਣੇ ਡਿਸੀਜ਼ਨ ਤੁਸੀਂ ਖੁਦ ਲਓਗੇ। ਜੀ, ਇਹ ਦੱਸੋ ਕਿ ਤੁਸੀਂ ਆਜ਼ਾਦ ਦੇ ਤੌਰ 'ਤੇ ਨਹੀਂ ਲੜ ਰਹੇ, ਇੱਕ ਪਾਰਟੀ ਦੇ ਨਿਸ਼ਾਨ ਨੂੰ ਤੁਸੀਂ ਅਪਣਾਇਆ, ਆਮ ਆਦਮੀ ਪਾਰਟੀ ਨੂੰ। ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਜੁਆਇਨ ਕਰਕੇ ਤੁਹਾਨੂੰ ਜ਼ਿਆਦਾ ਫਾਇਦਾ ਹੋਏਗਾ?
ਨਹੀਂ ਸਰ, ਫਾਇਦਾ ਨੁਕਸਾਨ ਤੇ ਬਾਅਦ ਦੀਆਂ ਗੱਲਾਂ ਰਹਿ ਗਈਆਂ ਸਰ। ਐਕਚੁਅਲੀ ਮਤਲਬ ਕਿ ਜਦੋਂ ਮੈਨੂੰ ਘਰ ਬੈਠੇ ਨੂੰ ਆਫਰ ਮਿਲਿਆ, ਉਹਨਾਂ ਨੇ ਮੈਨੂੰ ਚੁਣਿਆ, ਮੈਂ ਉਹਨਾਂ ਨੂੰ ਨਹੀਂ ਚੁਣਿਆ, ਉਹਨਾਂ ਨੇ ਮੈਨੂੰ ਚੁਣਿਆ। ਉਹਨਾਂ ਨੇ ਕੈਂਡੀਡੇਟ ਦੇਖਿਆ, ਉਹਨਾਂ ਨੇ ਕੁਆਲੀਫਿਕੇਸ਼ਨ ਦੇਖੀ, ਈਵਨ ਕਿ ਉਹ ਖੁਦ ਮਤਲਬ ਕਿ ਡੋਰ ਟੂ ਡੋਰ ਲਗਾ ਲਓ, ਉਹ ਮੇਰੇ ਕੋਲ ਆਏ ਨਹੀਂ, ਮੈਂ ਉਹਨਾਂ ਕੋਲ ਨਹੀਂ ਗਈ ਸੀ। ਮਤਲਬ ਕਿ ਉਹਨਾਂ ਨੇ ਮੈਨੂੰ ਇਹ ਓਪਰਚੁਨਿਟੀ ਦਿੱਤੀ ਹੈ ਵੀ ਅਸੀਂ ਸਹੀ ਕੈਂਡੀਡੇਟ ਲੈਣਾ ਹੈ। ਉਹ ਇਸੀ ਝਾਕ ਦੇ ਵਿੱਚ ਸੀ ਸਾਨੂੰ ਸਹੀ ਕੈਂਡੀਡੇਟ ਮਿਲ ਸਕੇ ਤਾਂ ਜੋ ਅਸੀਂ ਉਹ ਉਮੀਦਵਾਰ ਨੂੰ ਖੜਾ ਕਰ ਸਕੀਏ। ਮੈਂ ਬੁੱਧਰਾਮ ਸਰ ਜੀ ਦਾ, MLA ਸਰ ਜੀ ਦਾ, ਰਿਸਪੈਕਟਡ MLA ਸਰ ਜੀ ਦਾ ਬਹੁਤ ਹੀ ਜ਼ਿਆਦਾ ਸ਼ੁਕਰਗੁਜ਼ਾਰ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਚੀਜ਼ ਲਈ ਚੁਣਿਆ, ਐਡੀ ਵੱਡੀ ਓਪਰਚੁਨਿਟੀ ਪ੍ਰਦਾਨ ਕੀਤੀ। ਤਾਂ ਇਸ ਲਈ ਮੈਂ ਆਮ ਆਦਮੀ ਪਾਰਟੀ ਲਈ ਮਤਲਬ ਕਿ ਬਹੁਤ ਹੀ ਜ਼ਿਆਦਾ ਖੁਸ਼ ਹਾਂ ਵੀ ਮੈंने ਇਹ ਪਾਰਟੀ ਜੁਆਇਨ ਕਰਕੇ ਕੋਈ ਗਲਤੀ ਨਹੀਂ ਕੀਤੀ, ਕਿਉਂਕਿ ਜੋ ਮੇਰਾ ਮੋਟਿਵ ਹੈ ਉਹ ਵੀ ਓਨੈਸਟੀ ਤੇ ਉਹਨਾਂ ਦਾ ਮੋਟਿਵ ਵੀ ਕੀ ਹੈ, ਓਨੈਸਟੀ ਨੂੰ ਅੱਗੇ ਲੈ ਕੇ ਜਾਣਾ, ਇਮਾਨਦਾਰੀ ਨੂੰ ਅੱਗੇ ਲੈ ਕੇ ਜਾਣਾ। ਤਾਂ ਇਸ ਲਈ ਮੈंने ਨਿਊਟਰਲ ਤਾਂ ਸਰ ਮਤਲਬ ਕਿ ਆਜ਼ਾਦ ਤਾਂ ਬਹੁਤ ਖੜੇ ਹੋ ਜਾਂਦੇ ਨੇ, ਬਟ ਨਿਊਟਰਲ ਲਈ ਆਪਾਂ ਨੂੰ ਪਾਵਰ ਵੀ ਚਾਹੀਦੀ ਹੁੰਦੀ ਹੈ, ਪੈਸਾ ਵੀ ਚਾਹੀਦਾ ਹੁੰਦਾ, ਸਭ ਕੁਝ ਚਾਹੀਦਾ ਹੁੰਦਾ। ਔਰ ਮੈਨੂੰ ਨਹੀਂ ਲੱਗਦਾ ਨਿਊਟਰਲ ਕੋਈ ਵੀ ਬੰਦਾ ਇਮਾਨਦਾਰ ਹੋ ਕੇ ਲੜ ਸਕਦਾ। ਜਦੋਂ ਆਪਣੇ ਇੱਕ ਪਾਰਟੀ ਇਮਾਨਦਾਰ ਪਾਰਟੀ ਨਾਲ ਜੁਆਇਨ ਹੋਇਆ ਤਾਂ ਬਸ ਮੇਰੀ ਇਹੀ ਮਤਲਬ ਕਿ ਇਮਾਨਦਾਰ ਪਾਰਟੀ ਨਾਲ ਜੁਆਇਨ ਹੋਏ ਤਾਂ ਕੋਸ਼ਿਸ਼ ਇਹੀ ਰਹੇਗੀ ਕਿ ਮੈਂ ਵੀ ਉਹਨਾਂ ਦੀਆਂ ਉਮੀਦਾਂ 'ਤੇ ਖਰੀ ਉਤਰ ਸਕਾਂ। ਅਗਰ ਉਹਨਾਂ ਨੇ ਮੈਨੂੰ ਚੁਣਿਆ ਤਾਂ ਜੋ ਵੀ ਉਹ ਚਾਹੁੰਦੇ ਮੈਂ ਉਸ ਤਰ੍ਹਾਂ ਦੀ ਬਣ ਸਕਾਂ। ਯਾਨੀ ਕਿ ਇਹ ਕਹਿ ਸਕਦੇ ਹਾਂ ਕਿ ਪਾਰਟੀ ਦੇ ਲਈ ਟਿਕਟ ਲਈ ਤੁਸੀਂ ਮੰਗ ਨਹੀਂ ਕੀਤੀ, ਤੁਸੀਂ ਨਹੀਂ ਗਏ, ਬਲਕਿ ਪਾਰਟੀ ਤੁਹਾਡੇ ਕੋਲ ਪਹੁੰਚੀ ਔਰ ਤੁਸੀਂ ਸ਼ਾਇਦ ਪਹਿਲਾਂ ਹੀ ਤੁਹਾਡੇ ਮਨ ਦੇ ਵਿੱਚ ਕੋਈ ਇੱਦਾਂ ਦੀ ਧਾਰਨਾ ਸੀ ਕਿ ਤੁਹਾਨੂੰ ਇੱਦਾਂ ਦਾ ਅਫਸਰ ਮਿਲੇ ਤੇ ਸੋਨੇ ਤੇ ਸੁਹਾਗੇ ਦੀ ਗੱਲ ਹੋ ਗਈ ਤੇ ਤੁਹਾਨੂੰ ਟਿਕਟ ਮਿਲ ਗਈ। ਤੇ ਹੁਣ ਇਹ ਦੱਸੋ ਕਿ ਜਿਸ ਤਰ੍ਹਾਂ ਕਿ ਮੌਜੂਦਾ ਵਕਤ ਦੇ ਵਿੱਚ ਸਾਡੇ SDM ਸਾਹਿਬ ਕਾਫੀ ਤੇਜ਼ੀ ਨਾਲ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਕਰਵਾ ਰਹੇ ਨੇ, ਲੋਕਾਂ ਦੇ ਮਨ 'ਚ ਇੱਕ ਖਦਸ਼ਾ ਹੈ, ਇਹ ਸਵਾਲ ਮੈਂ ਹਰ ਕੈਂਡੀਡੇਟ ਤੋਂ ਪੁੱਛਦਾ, ਲੋਕਾਂ ਦੇ ਮਨ 'ਚ ਇੱਕ ਖਦਸ਼ਾ ਹੈ ਕਿ ਅਗਰ ਨਗਰ ਕੌਂਸਲ ਬਣਦੀ ਹੈ, ਕਿਉਂਕਿ ਕਾਫੀ ਸਾਰਾ ਭ੍ਰਿਸ਼ਟ ਤੰਤਰ ਸਰਗਰਮ ਹੋ ਜਾਂਦਾ ਔਰ ਪਹਿਲਾਂ ਵੀ ਕਾਫੀ ਸਾਰੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਜੋ ਸਾਡੀ ਨਗਰ ਕੌਂਸਲ 'ਤੇ ਲੱਗਦੇ ਰਹੇ ਨੇ, ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੇ ਵਿਕਾਸ ਦੇ ਕੰਮ ਨੇ ਇਸੇ ਤਰ੍ਹਾਂ ਇਸੇ ਪਾਰਦਰਸ਼ਤਾ ਦੇ ਨਾਲ ਹੁੰਦੇ ਰਹਿਣਗੇ? ਸਰ ਅਗਰ ਬੁਲਾਡੇ ਦਾ ਵਿਕਾਸ ਕਰਨਾ ਤਾਂ SDM ਸਰ ਬਿਲਕੁਲ ਸਹੀ ਕਰ ਰਹੇ ਨੇ, ਬਿਲਕੁਲ ਜ਼ਿਆਦਾ ਸਹੀ ਕਰ ਰਹੇ ਨੇ। ਹੁਣ ਤੱਕ ਆਪਾਂ 13 ਸਾਲ ਤਾਂ ਮੇਰੀ ਮੈਰਿਜ ਨੂੰ ਵੀ ਹੋ ਗਏ ਕਿ ਮੈਂ ਬੁਲਾਡੇ ਦਾ ਵਿਕਾਸ ਨਹੀਂ ਦੇਖਿਆ ਸੀ, ਕਿਉਂਕਿ ਕਰਪਟ ਲੋਕ ਆ ਰਹੇ ਸੀ। ਕਰਪਟ ਮਤਲਬ ਕਿ ਜਦੋਂ ਹੁਣ ਆਪਣੇ ਕੋਲ ਕੋਈ ਇੱਕ ਬਿਲਕੁਲ ਹੀ ਇਮਾਨਦਾਰ ਓਨੈਸਟ ਪਰਸਨ ਆਇਆ ਤਾਂ ਆਪਾਂ ਨੂੰ ਉਹਨਾਂ ਦਾ ਬਹੁਤ ਖੁੱਲ੍ਹੇ ਦਿਲ ਨਾਲ ਸਵਾਗਤ ਕਰਨਾ ਚਾਹੀਦਾ ਅਤੇ ਉਹਨਾਂ ਦੀ ਇਸ ਮੁਹਿੰਮ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ। ਅਤੇ ਮੈਂ ਸਰ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹਾਂ ਅਤੇ ਮੈਂ ਉਹਨਾਂ ਦੀ ਇਸ ਮੁਹਿੰਮ ਨੂੰ ਸਮਾਜ ਦੇ ਵਿੱਚ ਹੋਰ ਫੈਲਾਉਣਾ ਚਾਹਾਂਗੀ ਅਤੇ ਮੈਂ ਵੀ ਉਹਨਾਂ ਦੀ ਤਰ੍ਹਾਂ ਹੀ ਉਹਨਾਂ ਨੂੰ ਇੱਕ ਗਾਈਡਲਾਈਨ ਸਮਝ ਕੇ ਉਹਨਾਂ ਦੀ ਤਰ੍ਹਾਂ ਹੀ ਕੰਮ ਕਰਨਾ ਚਾਹਾਂਗੀ। ਤਾਂ ਆਰਤੀ ਜੀ, ਜਾਂਦੇ ਜਾਂਦੇ ਤੁਸੀਂ ਸਾਡੇ ਦਰਸ਼ਕਾਂ ਨੂੰ, ਆਪਣੇ ਵਾਰਡ ਵਾਸੀਆਂ ਨੂੰ 2 ਸ਼ਬਦਾਂ 'ਚ ਕੀ ਕਹਿਣਾ ਚਾਹੋਗੇ ਕਿ ਉਹ ਤੁਹਾਨੂੰ ਵੋਟ ਕਿਉਂ ਕਰਨਾ? ਸਰ ਮੈਂ ਉਹਨਾਂ ਨੂੰ ਇਹੀ ਅਪੀਲ ਕਰਨਾ ਚਾਹੂੰਗੀ ਆਪਣੇ ਵੋਟਰਾਂ ਨੂੰ ਵੀ ਪਲੀਜ਼ ਤੁਸੀਂ ਮਤਲਬ ਕਿ ਆਪਣੇ ਬਹੁਤ ਸਾਰੀਆਂ ਟਿਪੀਕਲ ਪਾਰਟੀਜ਼ ਨੂੰ ਚਾਂਸ ਦੇ ਚੁੱਕੇ ਹੋ, ਮੌਕਾ ਦੇ ਚੁੱਕੇ ਹੋ। ਇੱਕ ਆਮ ਆਦਮੀ ਪਾਰਟੀ ਇੱਕ ਨਵੀਂ ਪਾਰਟੀ ਹੈ, ਇੱਕ ਵਾਰੀ ਤੁਸੀਂ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ ਤਾਂ ਜੋ ਆਪਣੇ ਨਗਰ ਕੌਂਸਲ ਦੇ ਵਿੱਚ ਭ੍ਰਿਸ਼ਟਾਚਾਰ ਹੈ, ਕਰਪਸ਼ਨ ਹੈ, ਉਹਨੂੰ ਆਪਾਂ ਖ਼ਤਮ ਕਰ ਸਕੀਏ। ਆਮ ਆਦਮੀ ਪਾਰਟੀ ਦਾ ਮੋਟੋ ਹੀ ਇਹ ਹੈ ਵੀ ਨਾ ਤਾਂ ਆਪਾਂ ਨੇ ਕਰਪਸ਼ਨ ਕਰਨਾ ਅਤੇ ਨਾ ਹੀ ਹੋਣ ਦੇਣਾ। ਬਸ ਮੇਰੀ ਅਪੀਲ ਇਹੀ ਹੈ ਵੋਟਰਾਂ ਨੂੰ, ਪਲੀਜ਼ ਇੱਕ ਵਾਰੀ ਆਮ ਆਦਮੀ ਪਾਰਟੀ ਨੂੰ ਮੌਕਾ ਜ਼ਰੂਰ ਦਿਓ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਆਰਤੀ ਜੀ। ਤਾਂ ਦੋਸਤੋ, ਅੱਜ ਅਸੀਂ ਵਾਰਡ ਨੰਬਰ 9 ਦੇ ਉਮੀਦਵਾਰ ਆਰਤੀ ਰਾਣੀ ਜੀ ਕੋਲ। ਅਗਲੀ ਮੁਲਾਕਾਤ ਕਰਦੇ ਹਾਂ ਕਿਸੇ ਹੋਰ ਵਾਰਡ ਦੇ ਕਿਸੇ ਹੋਰ ਉਮੀਦਵਾਰ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ।